ਅੱਜ ਅਸੀਂ ਕਰਾਂਗੇ ਟਰਾਂਜ਼ਿਸਟਰ ਐਜ਼ ਅ 2 ਪੋਰਟ ਨੈਟਵਰਕ। ਤਾਂ ਟਰਾਂਜ਼ਿਸਟਰ ਜਿਹੜਾ ਹੈ ਉਹ ਜਿਵੇਂ ਤੁਸੀਂ ਦੇਖਿਆ ਹੈ ਕਿ ਉਹਦੇ 3 ਟਰਮੀਨਲਸ ਹੁੰਦੇ ਨੇ, ਬਟ ਅਸੀਂ ਇੱਕ ਜਿਹੜਾ ਟਰਮੀਨਲ ਹੈ ਉਹਨੂੰ ਅਸੀਂ ਕਾਮਨ ਕਰ ਦਿੰਦੇ ਹਾਂ। ਅਤੇ ਇੱਕ ਤਰ੍ਹਾਂ ਨਾਲ ਸਾਡੇ ਕੋਲ 2 ਟਰਮੀਨਲ ਜਿਹੜੇ ਨੇ ਉਹ ਇਨਪੁਟ ਸੈਕਸ਼ਨ ਦੇ ਵਿੱਚ ਆ ਜਾਂਦੇ ਨੇ ਅਤੇ 2 ਹੀ ਜਿਹੜੇ ਨੇ ਉਹ ਆਊਟਪੁੱਟ ਸੈਕਸ਼ਨ ਦੇ ਵਿੱਚ ਆ ਜਾਂਦੇ ਨੇ। ਤਾਂ ਇਸ ਤਰੀਕੇ ਦੇ ਨਾਲ ਅਸੀਂ ਟਰਾਂਜ਼ਿਸਟਰ ਨੂੰ, ਕਿਉਂਕਿ 3 ਟਰਮੀਨਲ ਵੈਸੇ ਤਾਂ ਡਿਵਾਈਸ ਹੈ, ਬਟ ਇਹਨੂੰ ਤੁਸੀਂ ਕਹਿ ਸਕਦੇ ਵੀ ਇਹਦੇ 4 ਟਰਮੀਨਲ ਕਹਿ ਲਓ, ਇੱਕ ਤਰ੍ਹਾਂ ਨਾਲ ਜਿਹੜਾ ਵਾ 4 ਟਰਮੀਨਲ ਨੈਟਵਰਕ ਜਿਹੜਾ ਉਹ ਬਣ ਜਾਂਦਾ ਹੈ। 2 ਟਰਮੀਨਲ ਇਸ ਸਾਈਡ 'ਤੇ ਨੇ, 2 ਟਰਮੀਨਲ ਇਸ ਸਾਈਡ 'ਤੇ ਨੇ। ਤਾਂ 4 ਟਰਮੀਨਲਸ ਦੇ ਨਾਲ ਇਹਨੂੰ ਅਸੀਂ ਬੋਲਦੇ ਹਾਂ 2 ਪੋਰਟ ਨੈਟਵਰਕ। ਇਨਪੁਟ ਵਾਲਾ ਸੈਕਸ਼ਨ ਔਰ ਆਊਟਪੁੱਟ ਵਾਲਾ ਸੈਕਸ਼ਨ। ਤਾਂ ਇੱਕ ਪੇਅਰ ਆਉਂਦਾ ਇਨਪੁਟ ਦਾ, ਇੱਕ ਪੇਅਰ ਤੁਹਾਡੇ ਕੋਲ ਆਉਂਦਾ ਆਊਟਪੁੱਟ ਦਾ। ਤਾਂ ਇਸ ਤਰੀਕੇ ਦੇ ਨਾਲ ਇਹਨੂੰ 4 ਟਰਮੀਨਲ ਨੈਟਵਰਕ ਜਾਂ ਫਿਰ 2 ਪੋਰਟ ਨੈਟਵਰਕ ਜਿਹੜਾ ਵਾ ਇਹਨੂੰ ਅਸੀਂ ਬੋਲਦੇ ਹਾਂ। ਹੁਣ ਇਹਦੇ ਵਿੱਚ ਜਿੰਨੇ ਵੀ ਹੁਣ ਕੁਛ ਇਹਦੇ ਵਿੱਚ ਅੱਗੇ ਜਿਹੜੇ ਨੇ ਤੁਹਾਡੇ ਕੋਲ ਕਾਫੀ ਪੈਰਾਮੀਟਰਸ ਹੁੰਦੇ ਨੇ ਟਰਾਂਜ਼ਿਸਟਰ ਦੇ, ਔਰ ਜਿਹੜੇ ਕਰੰਟਸ ਹੈ ਉਹਨਾਂ ਨੂੰ ਅਸੀਂ ਪੋਜ਼ੀਟਿਵ ਲੈਂਦੇ ਹਾਂ ਜਦੋਂ ਉਹ ਟਰਾਂਜ਼ਿਸਟਰ ਦੇ ਅੰਦਰ ਐਂਟਰ ਕਰ ਰਹੇ ਆ, ਔਰ ਨੈਗੇਟਿਵ ਉਦੋਂ ਲੈਂਦੇ ਹਾਂ ਜਦੋਂ ਉਹ ਲੀਵ ਕਰ ਰਹੇ ਆ। ਤੋ ਜਿਹੜਾ ਇਸ ਤਰ੍ਹਾਂ ਨਾ ਦੋ ਇਸੇ ਤਰ੍ਹਾਂ ਜਿਵੇਂ ਐਂਟਰ ਕਰ ਰਹੇ ਆ ਤਾਂ ਇਹਨੂੰ ਅਸੀਂ ਪੋਜ਼ੀਟਿਵ ਲਵਾਂਗੇ, ਇੱਧਰ ਨੂੰ ਅਸੀਂ ਜਿਹੜਾ ਵਾ ਉਹ ਨੈਗੇਟਿਵ ਲਵਾਂਗੇ। ਸੌਰੀ, ਇਹ ਵੀ ਅੰਦਰ ਕਰ ਰਿਹਾ ਤਾਂ ਇਸ ਲਈ ਇਹ ਵੀ ਜਿਹੜਾ ਵਾ ਉਹ ਪੋਜ਼ੀਟਿਵ ਹੋਏਗਾ ਕਰੰਟ। ਅਗਰ ਬਾਹਰ ਨਿਕਲ ਰਿਹਾ ਹੋਏਗਾ ਕਰੰਟ ਤਾਂ ਉਹਨੂੰ ਅਸੀਂ ਨੈਗੇਟਿਵ ਲਵਾਂਗੇ। ਇਸੇ ਤਰ੍ਹਾਂ 2 ਵੋਲਟੇਜ ਨੇ ਸਾਡੇ ਕੋਲ, V1 ਔਰ V2 ਹੈਗੀਆਂ ਨੇ, ਹੈ ਨਾ। ਤੋ I1 ਔਰ I2 ਜਿਹੜੇ ਨੇ ਸਾਡੇ ਕੋਲ 2 ਜਿਹੜੇ ਨੇ ਕਰੰਟ ਜਿਹੜੇ ਹੈਗੇ ਆ ਸਾਡੇ ਕੋਲ। ਤੋ 2 ਜਿਹੜੇ ਪੈਰਾਮੀਟਰਸ ਨੇ ਉਹਨਾਂ ਨੂੰ ਅਸੀਂ ਇੰਡੀਪੈਂਡੈਂਟ ਚੂਜ਼ ਕਰ ਲੈਂਦੇ ਹੁੰਦੇ ਹਾਂ, 2 ਨੂੰ ਅਸੀਂ ਇੰਡੀਪੈਂਡੈਂਟ ਚੂਜ਼ ਕਰ ਲੈਂਦੇ ਹੁੰਦੇ ਹਾਂ। ਤੋ ਇਸ ਤਰੀਕੇ ਨਾਲ ਸਾਡੇ ਕੋਲ 3 ਤਰ੍ਹਾਂ ਦੇ ਜਿਹੜੇ ਟਰਾਂਜ਼ਿਸਟਰ ਪੈਰਾਮੀਟਰਸ ਜਿਹੜੇ ਨੇ ਉਹ ਮਿਲਦੇ ਨੇ, ਜਿਨ੍ਹਾਂ ਨੂੰ ਅਸੀਂ Z ਪੈਰਾਮੀਟਰਸ, Y ਪੈਰਾਮੀਟਰਸ ਔਰ H ਪੈਰਾਮੀਟਰਸ ਜਿਹੜਾ ਵਾ ਉਹ ਕਹਿੰਦੇ ਹਾਂ। Z ਜਿਹੜੇ ਪੈਰਾਮੀਟਰਸ ਹੈ ਉਹਨਾਂ ਦੇ ਵਿੱਚ ਜਿੰਨੇ ਵੀ ਦੋਨੋਂ ਕਰੰਟਸ ਨੂੰ ਅਸੀਂ ਇੰਡੀਪੈਂਡੈਂਟ ਚੂਜ਼ ਕਰਨਾ ਹੈ, ਔਰ ਕਿਉਂਕਿ ਇਹ ਇੰਡੀਪੈਂਡੈਂਟ ਨੇ ਤੇ ਡਿਪੈਂਡੈਂਟ ਫਿਰ V1 V2 ਹੋ ਗਏ ਸਾਡੇ ਕੋਲ, ਠੀਕ ਹੈ। ਤੋ ਇਸ ਤਰ੍ਹਾਂ ਜਿਹੜੇ ਪੈਰਾਮੀਟਰਸ ਹੈ ਉਹਨਾਂ ਦੀ ਡਾਇਮੈਂਸ਼ਨ ਜਿਹੜੀ ਆ ਉਹ ਓਮਸ ਦੇ ਵਿੱਚ ਆਏਗੀ, ਇੰਪੀਡੈਂਸ ਦੀ ਆਏਗੀ। ਤੋ ਇਹਨਾਂ ਨੂੰ ਅਸੀਂ ਬੋਲਦੇ ਹਾਂ Z ਪੈਰਾਮੀਟਰਸ। ਇੱਕ Y ਪੈਰਾਮੀਟਰਸ ਹੁੰਦੇ ਨੇ ਜਿਨ੍ਹਾਂ ਵਿੱਚ ਅਸੀਂ ਦੋਨੋਂ ਵੋਲਟੇਜਸ ਨੂੰ ਇੰਡੀਪੈਂਡੈਂਟ ਲੈ ਰਹੇ ਹਾਂ, ਔਰ ਪਟਕੇ ਕਿਹੜੇ ਕਰੰਟ ਹੈ ਉਹਨਾਂ ਨੂੰ ਅਸੀਂ ਡਿਪੈਂਡੈਂਟ ਲੈ ਰਹੇ ਹਾਂ। ਤੋ ਇਹਨਾਂ ਦੀ ਜਿਹੜੀ ਡਾਇਮੈਂਸ਼ਨਸ ਹੈ ਉਹ ਐਡਮਿਟੈਂਸ ਹੈ, ਯਾਨੀ ਕਿ ਓਹਮ ਇਨਵਰਸ ਜਿਹੜੇ ਅਸੀਂ ਕੰਡਕਟਿਵਿਟੀ ਦੇ ਜਿਹੜੇ ਯੂਨਿਟਸ ਹੁੰਦੇ ਨੇ, ਕੰਡਕਟੈਂਸ ਦੇ ਜਿਹੜੇ ਯੂਨਿਟ ਹੁੰਦੇ ਆ ਰਾਦਰ ਕਹਿਣਾ ਚਾਹੀਦਾ। ਤੋ ਇਹ Y ਪੈਰਾਮੀਟਰਸ ਹੁੰਦੇ ਨੇ ਤੁਹਾਡੇ ਕੋਲ। ਬਟ ਇੱਕ ਜਿਹੜੇ ਨੇ ਉਹ ਵਾਈਡਲੀ ਯੂਜ਼ ਜਿਹੜੇ ਪੈਰਾਮੀਟਰ ਨੇ ਉਹ ਨੇ ਸਾਡੇ ਕੋਲ H ਪੈਰਾਮੀਟਰਸ। H ਪੈਰਾਮੀਟਰਸ ਨੂੰ ਅਸੀਂ ਹਾਈਬ੍ਰਿਡ ਪੈਰਾਮੀਟਰਸ ਵੀ ਬੋਲਦੇ ਹਾਂ। ਹਾਈਬ੍ਰਿਡ ਤਾਂ ਬੋਲਦੇ ਹਾਂ ਵੀ ਇਹਦੇ ਵਿੱਚ ਇੱਕ ਵੋਲਟੇਜ ਔਰ ਇੱਕ ਕਰੰਟ ਜਿਹੜਾ ਵਾ ਉਹਨੂੰ ਅਸੀਂ ਇੰਡੀਪੈਂਡੈਂਟ ਚੂਜ਼ ਕਰ ਲਿਆ। ਜਿਵੇਂ ਅਸੀਂ V2 ਯਾਨੀ ਕਿ ਇਹ ਵਾਲਾ V2 ਔਰ ਇੱਧਰੋਂ I1 ਇਹਨੂੰ ਅਸੀਂ ਜਿਹੜਾ ਵਾ ਇੰਡੀਪੈਂਡੈਂਟ ਚੂਜ਼ ਕਰ ਲਿਆ, ਜਦੋਂ ਕਿ ਇੱਧਰ ਵਾਲਾ ਜਿਹੜਾ V1 ਹੈ ਔਰ ਉੱਧਰ ਵਾਲਾ ਜਿਹੜਾ I2 ਹੈ ਇਹ ਦੋਨਾਂ ਨੂੰ ਅਸੀਂ ਡਿਪੈਂਡੈਂਟ ਵੇਰੀਏਬਲ ਚੂਜ਼ ਕਰ ਲਿਆ। ਤੋ ਡਿਫਰੈਂਟ ਪੈਰਾਮੀਟਰਸ ਦੀਆਂ ਡਿਫਰੈਂਟ ਜਿਹੜੀਆਂ ਵਾ ਡਾਇਮੈਂਸ਼ਨਸ ਹੁੰਦੀਆਂ ਉਹ ਅਸੀਂ ਅੱਗੇ ਪੜ੍ਹਾਂਗੇ। ਇਹਨਾਂ ਪੈਰਾਮੀਟਰਸ ਨੂੰ ਅਸੀਂ H ਪੈਰਾਮੀਟਰਸ ਜਿਹੜਾ ਵਾ ਉਹ ਬੋਲਦੇ ਹਾਂ। ਤੋ ਜਿਹੜੇ ਕੋਈ ਇਹਦੀ ਡੈਫੀਨੇਸ਼ਨ ਜਿਹੜੀ ਆ ਤੁਹਾਡੀ ਇੱਥੇ ਦਿੱਤੀ ਹੋਈ ਆ ਵੀ ਐਨੀ ਲੀਨੀਅਰ ਸਰਕਿਟ, ਇੱਕੋ ਵਾਲਾ ਸਰਕਿਟ ਜਿਹਦੇ ਵਿੱਚ RLC ਜਿਹੜੇ ਨੇ ਉਹ ਫਿਕਸਡ ਰਹਿੰਦੇ ਨੇ, ਵੈਨ ਦ ਵੋਲਟੇਜ ਅਕਰੋਸ ਦੈਮ ਚੇਂਜਿਸ, ਠੀਕ ਹੈ। ਹੈਵਿੰਗ ਇਨਪੁਟ ਐਂਡ ਆਊਟਪੁੱਟ ਟਰਮੀਨਲਸ ਕੈਨ ਬੀ ਐਨਾਲਾਈਜ਼ਡ ਬਾਈ 4 ਪੈਰਾਮੀਟਰਸ। 4 ਪੈਰਾਮੀਟਰਸ ਕਿਹੜੇ ਨੇ? ਇੱਕ ਇੰਪੀਡੈਂਸ ਹੈ, ਇੱਕ ਐਡਮਿਟੈਂਸ ਹੈ ਯਾਨੀ ਕਿ ਕੰਡਕਟੈਂਸ, ਔਰ 2 ਜਿਹੜੇ ਨੇ ਉਹ ਡਾਇਮੈਂਸ਼ਨਲੈਸ ਨੇ। ਔਰ ਉਹ ਜਿਹੜੇ 4 ਪੈਰਾਮੀਟਰਸ ਹੈ ਇਹਨਾਂ ਨੂੰ ਬੋਲਦੇ ਹਾਂ ਅਸੀਂ H ਪੈਰਾਮੀਟਰਸ ਜਾਂ ਫਿਰ ਹਾਈਬ੍ਰਿਡ ਪੈਰਾਮੀਟਰਸ, ਠੀਕ ਹੈ। ਤੋ ਜਿਹੜਾ ਟਰਾਂਜ਼ਿਸਟਰ ਹੈ ਉਹਦੇ ਵਿੱਚ ਲੋ ਇਨਪੁਟ ਇੰਪੀਡੈਂਸ ਹੁੰਦਾ, ਮਤਲਬ ਲੋ ਇਨਪੁਟ ਜਿਹੜਾ ਰੈਜ਼ਿਸਟੈਂਸ ਹੈ ਉਹ ਘੱਟ ਹੁੰਦਾ, ਆਊਟਪੁੱਟ ਰੈਜ਼ਿਸਟੈਂਸ ਜਿਹੜਾ ਵਾ ਉਹ ਜ਼ਿਆਦਾ ਹੁੰਦਾ। ਔਰ H ਪੈਰਾਮੀਟਰਸ ਜਿਹੜੇ ਨੇ ਇਹ ਅਸੀਂ ਅੱਗੇ ਯੂਜ਼ ਕਰਦੇ ਹਾਂ ਸਰਕਿਟ ਐਨਾਲਿਸਿਸ ਵਗੈਰਾ ਵਾਸਤੇ, ਇਹਨੂੰ ਜਿਹੜਾ ਵਾ ਉਹ ਯੂਜ਼ ਕੀਤਾ ਜਾਂਦਾ। ਤੋ H ਪੈਰਾਮੀਟਰਸ ਨੂੰ ਜਿਹੜਾ ਵਾ ਉਹ ਅਸੀਂ ਹੁਣ ਡਿਫਾਈਨ ਕਰਨ ਲੱਗੇ ਹਾਂ। ਉਹਦੇ ਲਈ ਅਸੀਂ ਟਰਾਂਜ਼ਿਸਟਰ ਨੂੰ ਐਜ਼ ਅ 2 ਪੋਰਟ ਨੈਟਵਰਕ ਲੈ ਲਿਆ, ਜਿਹਦੇ ਵਿੱਚ ਇੱਧਰੋਂ I1 V1 ਔਰ ਇੱਧਰ I2 V2 ਜਿਹੜੇ ਨੇ ਸਾਡੇ ਕੋਲ ਇੱਥੇ ਹੈਗੇ ਨੇ। ਹੁਣ ਮੈਂ ਤੁਹਾਨੂੰ ਕਿਹਾ ਸੀ ਵੀ ਅਸੀਂ ਇੱਕ ਵੋਲਟੇਜ ਔਰ ਇੱਕ ਕਰੰਟ, ਇਹਦੀ ਵੋਲਟੇਜ ਔਰ ਇਹਦੇ ਕਰੰਟ ਨੂੰ ਅਸੀਂ ਜਿਹੜਾ ਵਾ ਇੰਡੀਪੈਂਡੈਂਟ ਲਿਆ, ਔਰ ਇਹ ਦੋਨੋਂ ਜਿਹੜੇ ਨੇ ਬਾਕੀ ਇਹ ਦੋਨੋਂ ਡਿਪੈਂਡੈਂਟ ਹੈ। ਮਤਲਬ V1 ਜਿਹੜਾ ਵਾ ਉਹ ਵੀ ਫੰਕਸ਼ਨ ਹੈਗਾ ਹੈ V2 ਔਰ I1 ਦਾ, ਔਰ ਸਿਮਿਲਰਲੀ I2 ਜਿਹੜਾ ਵਾ ਉਹ ਵੀ ਫੰਕਸ਼ਨ ਹੈਗਾ ਵਾ I1 ਔਰ V2 ਦਾ। ਤੋ ਇਹ ਦੋਨੋਂ ਇੰਡੀਪੈਂਡੈਂਟ ਨੇ, ਇਹ ਦੋਨੋਂ ਜਿਹੜੇ ਆ ਡਿਪੈਂਡੈਂਟ ਹੋ ਗਏ। ਸੌਰੀ, ਇਹ ਇੰਡੀਪੈਂਡੈਂਟ ਨੇ, ਇਹ ਡਿਪੈਂਡ ਕਰ ਰਹੇ ਆ ਕਿਉਂਕਿ ਇਹ ਕਿਸੇ ਚੀਜ਼ ਦਾ ਫੰਕਸ਼ਨ ਹੈ। ਤੋ ਇਹਦਾ ਮਤਲਬ ਆ ਜਿਹੜੀ ਚੀਜ਼ਾਂ ਇਹ ਇੰਡੀਪੈਂਡੈਂਟ ਨੇ, ਇਹ ਦੋਨੋਂ ਜਿਹੜੇ ਨੇ ਇਹ ਡਿਪੈਂਡੈਂਟ ਨੇ। ਤੋ ਜਦੋਂ ਅਸੀਂ
ਨੈਟਵਰਕ ਨੂੰ ਆਪਰੇਟ ਕੀਤਾ AC ਸਿਗਨਲਸ ਨਾਲ, ਤਾਂ ਚੇਂਜ ਹੋਏਗੀ ਕੁਆਂਟੀਟੀਜ਼ ਜਿਹੜੀਆਂ ਨੇ ਉਹ ਚੇਂਜ ਹੋਣਗੀਆਂ। ਤਾਂ ਅਸੀਂ ਕਿਸ ਤਰ੍ਹਾਂ ਚੇਂਜ ਨੂੰ ਕਰਦੇ ਹਾਂ, ਡਿਫਰੈਂਸੀਏਸ਼ਨ ਕਰ ਦਿੰਦੇ ਹਾਂ। ਤਾਂ ਡਿਫਰੈਂਸੀਏਸ਼ਨ ਜਿਹੜੀ ਆ ਉਹ ਅਸੀਂ ਇਹਦਾ ਜਿਹੜਾ ਕੰਪਲੀਟ ਡਿਫਰੈਂਸ਼ੀਅਲ ਹੈ, ਟੋਟਲ ਡਿਫਰੈਂਸ਼ੀਅਲ, ਉਹਨੂੰ ਅਸੀਂ ਇੱਦਾਂ ਲਿਖ ਸਕਦੇ ਹਾਂ ਵੀ ਇੱਕ ਵਾਰ ਤੁਸੀਂ V1 ਨਾਲ ਜਿਹੜਾ ਵਾ I1 ਦੇ ਨਾਲ ਕਰ ਦਿਓ, V1 ਨੂੰ ਇੱਕ ਵਾਰ ਤੁਸੀਂ I1 ਨਾਲ ਕਰ ਲਓ, ਇੱਕ ਵਾਰ ਤੁਸੀਂ V2 ਦੇ ਨਾਲ ਕਰ ਲਓ, ਠੀਕ ਹੈ। ਅਤੇ ਤੁਹਾਡੇ ਕੋਲ ਕੀ ਆ ਜਾਂਦਾ ਵਾ, ਡੈਲਟਾ V1 ਅਪੋਨ ਡੈਲਟਾ I1 DI1 ਪਲੱਸ ਡੈਲਟਾ V1 ਅਪੋਨ ਡੈਲਟਾ V2, ਯਾਨੀ ਕਿ ਇਹ ਚੀਜ਼, ਔਰ ਉਹਦੇ ਨਾਲ dV2। ਇਹ ਸਾਡੇ ਕੋਲ ਹੋ ਗਿਆ ਟੋਟਲ ਡਿਫਰੈਂਸ਼ੀਅਲ ਜਦੋਂ ਅਸੀਂ ਲਿਖਿਆ। ਸਿਮਿਲਰਲੀ ਅਸੀਂ ਟੋਟਲ ਡਿਫਰੈਂਸ਼ੀਅਲ I2 ਦਾ ਵੀ ਲਿਖ ਰਹੇ ਹਾਂ, ਤਾਂ D ਇਹਦਾ ਵੀ ਫਿਰ ਜਿਹੜਾ ਵਾ ਇਹ ਅਸੀਂ ਇਸ ਤਰੀਕੇ ਦੇ ਨਾਲ ਜਿਹੜਾ ਵਾ ਸੇਮ ਡਿਫਰੈਂਸੀਏਸ਼ਨ ਰੂਲ ਜਿਹੜਾ ਵਾ ਉਹ ਅਸੀਂ ਅਪਲਾਈ ਕੀਤਾ। ਤਾਂ ਜਿਹੜਾ ਇਹ ਫਸਟ ਪੈਰਾਮੀਟਰ ਹੈ, ਫਸਟ ਪੈਰਾਮੀਟਰ ਸਾਨੂੰ ਕੀ ਦੱਸ ਰਿਹਾ ਵੀ ਚੇਂਜ ਇਨ V1 ਅਪੋਨ ਚੇਂਜ ਇਨ I1 ਐਟ ਕੌਂਸਟੈਂਟ V2, ਮਤਲਬ ਅਸੀਂ ਆਊਟਪੁੱਟ ਵੋਲਟੇਜ ਸੇਮ ਰੱਖ ਕੇ V1 ਤੇ I1 ਇਹਨਾਂ ਦੋਵਾਂ ਨੂੰ ਚੇਂਜ ਕਰਨਾ ਹੈ। ਉਹ ਜਿਹੜੀ ਰੇਸ਼ੋ ਹੈ ਉਹ ਸਾਨੂੰ ਕੀ ਦਿੰਦੀ ਆ, H11 ਜਿਹੜਾ ਵਾ ਇਹਨੂੰ ਅਸੀਂ ਲਿਖ ਰਹੇ ਹਾਂ। ਇਹ ਸਾਡਾ ਹੈਗਾ ਵਾ ਫਸਟ ਪੈਰਾਮੀਟਰ, ਜਿਹਨੂੰ ਕਿ ਅਸੀਂ, ਇਹ ਬੇਸਿਕਲੀ ਕੀ ਆ, ਵੋਲਟੇਜ ਅਪੋਨ ਕਰੰਟ, ਯਾਨੀ ਕਿ ਕੀ ਹੋ ਗਿਆ, ਇੰਪੀਡੈਂਸ ਹੋ ਗਈ ਨਾ। ਇਹਨੂੰ ਅਸੀਂ ਬੋਲਦੇ ਹਾਂ ਸ਼ਾਰਟ ਸਰਕਿਟ ਇਨਪੁਟ ਇੰਪੀਡੈਂਸ। V2 ਜਦੋਂ 0 ਹੋ ਜਾਂਦਾ ਹੈ ਤਾਂ ਉਦੋਂ ਸ਼ਾਰਟ ਸਰਕਿਟ ਜਿਹੜੀ ਆ ਉਹ ਇਨਪੁਟ ਇੰਪੀਡੈਂਸ ਸਾਡੇ ਕੋਲ ਆ ਜਾਂਦੀ ਹੈ। ਤਾਂ ਇਹਦੇ ਯੂਨਿਟਸ ਆ ਉਹ ਕੀ ਹੋਣਗੇ, ਸਾਡੇ ਕੋਲ ਹੈਗਾ ਵੋਲਟੇਜ ਅਪੋਨ ਕਰੰਟ। ਤਾਂ ਵੋਲਟੇਜ ਅਪੋਨ ਕਰੰਟ ਦੇ ਕੀ ਯੂਨਿਟਸ ਹੁੰਦੇ ਨੇ, ਰੈਜ਼ਿਸਟੈਂਸ। ਤਾਂ ਰੈਜ਼ਿਸਟੈਂਸ ਜਿਹੜੇ ਆ ਇਹਦੇ ਯੂਨਿਟਸ ਨੇ, ਯਾਨੀ ਕਿ ਓਹਮ ਦੇ ਵਿੱਚ ਜਿਹੜਾ ਵਾ ਇਹਨੂੰ ਮੇਜਰ ਕੀਤਾ ਜਾਂਦਾ ਹੈ। ਤਾਂ ਇਹ ਜਿਹੜੇ ਚਾਰੋਂ ਨੇ, ਇਹਨਾਂ ਚਾਰਾਂ ਨੂੰ ਅਸੀਂ ਇਸ ਤਰੀਕੇ ਨਾਲ ਨਾਮ ਕੀਤਾ, ਇਹਨੂੰ H11, ਇਹਨੂੰ H12, ਇਹਨੂੰ ਅਸੀਂ H21 ਲਿਖ ਲਿਆ, ਇਹਨੂੰ ਅਸੀਂ H22 ਲਿਖ ਲਿਆ, ਠੀਕ ਹੈ। ਅਤੇ ਤੁਸੀਂ ਦੇਖ ਸਕਦੇ ਹੋ ਇੱਥੇ ਵੋਲਟੇਜਸ ਦੋਨੋਂ ਡਿਵਾਈਡ ਹੋ ਰਹੀਆਂ ਨੇ, ਇੱਥੇ ਦੋਨੋਂ ਕਰੰਟ ਡਿਵਾਈਡ ਹੋ ਰਹੇ ਨੇ। ਤਾਂ ਇਸ ਲਈ ਇਹ ਜਿਹੜੀਆਂ ਦੋ ਕੁਆਂਟੀਟੀਜ਼ ਨੇ ਇਹ ਵਾਲੀਆਂ H12 ਔਰ H21, ਇਹ ਦੋਨੋਂ ਜਿਹੜੇ ਨੇ ਇਹ ਡਾਇਮੈਂਸ਼ਨਲੈਸ ਨੇ, ਕਿਉਂਕਿ ਵੋਲਟੇਜ ਦੇ ਨਾਲ ਹੀ ਵੋਲਟੇਜ ਦੀ ਡਿਵੀਜ਼ਨ ਹੋ ਰਹੀ ਆ, ਕਰੰਟ ਦੇ ਨਾਲ ਹੀ ਕਰੰਟ ਦੀ ਡਿਵੀਜ਼ਨ ਹੋ ਰਹੀ ਆ। ਤਾਂ ਇਸ ਲਈ ਇਹ ਜਿਹੜੇ ਨੇ ਇਹਨਾਂ ਦੋਨਾਂ ਦੇ ਯੂਨਿਟ ਨਹੀਂ ਹੈਗੇ, ਠੀਕ ਹੈ। ਔਰ ਇਹ ਜਿਹੜਾ ਵਾ ਕਿਸ ਚੀਜ਼ ਨੂੰ ਰਿਪਰਜੈਂਟ ਕਰਦੇ ਆ, ਇਹ ਇੱਥੇ ਦੱਸਦੀ, ਕਿਉਂਕਿ I1 ਅਗਰ 0 ਹੈ ਔਰ ਤੇ V2 ਵੀ 0 ਹੈ, ਤਾਂ ਫਿਰ ਜਦੋਂ ਦੇਖੋ ਕਰੰਟ 0 ਹੁੰਦਾ ਫਿਰ ਉਹਨੂੰ ਓਪਨ ਸਰਕਿਟ ਬੋਲ ਦਿੰਦੇ ਆ, ਜਿੱਥੇ ਵੋਲਟੇਜ 0 ਹੁੰਦੀ ਹੈ ਉਹਨੂੰ ਸ਼ਾਰਟ ਸਰਕਿਟ ਬੋਲ ਦਿੰਦੇ ਆ। ਤਾਂ ਇਹ ਓਪਨ ਸਰਕਿਟ ਰਿਵਰਸ ਵੋਲਟੇਜ ਰੇਸ਼ੋ ਹੈ, ਵੋਲਟੇਜ ਦੀ ਰੇਸ਼ੋ ਹੈ। ਇਹ ਜਿਹੜੀ ਆ ਇਹ ਤੁਹਾਡੇ ਕੋਲ ਫੋਰਵਰਡ ਕਰੰਟ ਰੇਸ਼ੋ ਹੈਗੀ ਹੈ। ਤਾਂ ਇਹਨਾਂ ਦੋਵਾਂ ਦੇ ਫਿਰ ਯੂਨਿਟ ਨਾ ਨਹੀਂ ਹੈਗੇ, ਕਿਉਂਕਿ ਦੋਨੋਂ ਵੋਲਟੇਜਸ ਆ, ਇੱਥੇ ਦੋਨੋਂ ਕਰੰਟ ਹੈਗੇ ਆ। ਨੈਕਸਟ ਤੁਸੀਂ ਦੇਖ ਸਕਦੇ ਹੋ ਜਿਹੜਾ ਫੋਰਥ ਪੈਰਾਮੀਟਰ ਤੁਹਾਡਾ H22 ਪੈਰਾਮੀਟਰ ਜਿਹੜਾ ਉਹ ਤੁਹਾਡਾ ਹੈਗਾ I1 ਅਪੋਨ V2, ਮਤਲਬ ਕਰੰਟ ਅਪੋਨ ਵੋਲਟੇਜ। ਤਾਂ ਕਰੰਟ ਅਪੋਨ ਵੋਲਟੇਜ ਕੀ ਹੋ ਗਿਆ, ਕੰਡਕਟੈਂਸ ਹੋ ਗਈ, ਰੈਜ਼ਿਸਟੈਂਸ ਦਾ ਉਲਟਾ ਹੋ ਗਿਆ। ਤਾਂ ਇਹਨੂੰ ਅਸੀਂ ਬੋਲਾਂਗੇ ਆਊਟਪੁੱਟ ਐਡਮਿਟੈਂਸ। ਆਊਟਪੁੱਟ ਹੀ ਤੁਹਾਡੀ ਕਰੰਟ ਹੈ, ਆਊਟਪੁੱਟ ਹੀ ਤੁਹਾਡੀ ਵੋਲਟੇਜ ਹੈ ਐਟ ਅ ਕੌਂਸਟੈਂਟ ਵੈਲਿਊ ਆਫ ਇਨਪੁੱਟ ਕਰੰਟ। ਤਾਂ ਇਹ ਜਿਹੜਾ ਵਾ ਇਹਨੂੰ ਅਸੀਂ H22 ਬੋਲਦੇ ਹਾਂ। ਜਦੋਂ ਅਸੀਂ ਇਹਨੂੰ ਓਪਨ ਸਰਕਿਟ ਕਰਤਾ, ਜਦੋਂ ਕਿ I ਦੀ ਵੈਲਿਊ 0 ਕਰ ਦਿੱਤੀ, ਤਾਂ ਉਦੋਂ ਇਹਨੂੰ ਅਸੀਂ ਬੋਲਦੇ ਹਾਂ ਓਪਨ ਸਰਕਿਟ ਆਊਟਪੁੱਟ ਐਡਮਿਟੈਂਸ। ਤਾਂ ਇਹਦੇ ਜਿਹੜੇ ਯੂਨਿਟਸ ਹੈ ਉਹ ਕੰਡਕਟੈਂਸ ਦੇ ਯੂਨਿਟਸ ਹੋਣਗੇ, ਮਤਲਬ ਰੈਜ਼ਿਸਟੈਂਸ ਤੋਂ ਉਲਟੇ। ਰੈਜ਼ਿਸਟੈਂਸ ਤੋਂ ਉਲਟੇ ਮਤਲਬ ਜਿਹੜਾ ਓਹਮ ਹੈ ਉਹਦਾ ਇਨਵਰਸ ਕਰਾਂਗੇ ਅਸੀਂ। ਤਾਂ ਇਹ ਤੁਹਾਡੇ ਕੋਲ 4 ਪੈਰਾਮੀਟਰਸ ਨੇ ਜਿਨ੍ਹਾਂ ਨੂੰ ਅਸੀਂ H ਪੈਰਾਮੀਟਰਸ ਬੋਲਦੇ ਹਾਂ। ਔਰ ਕਿਉਂਕਿ ਇਹ ਇਨਪੁਟ ਇੰਪੀਡੈਂਸ ਨੂੰ ਸ਼ੋ ਕਰਦਾ ਹੈ ਤਾਂ ਇਹਨੂੰ ਅਸੀਂ H11 ਨੂੰ HI ਵੀ ਲਿਖਦੇ ਹਾਂ। ਔਰ ਇਹ ਰਿਵਰਸ ਵੋਲਟੇਜ ਰੇਸ਼ੋ ਹੈ, ਇਸ ਲਈ ਇਹਨੂੰ HR ਦੇ ਨਾਲ ਲਿਖਦੇ ਹਾਂ ਸ਼ਾਰਟ ਫਾਰਮ ਦੇ ਲਈ, ਕਿ ਹਰ ਇੱਕ ਜਗ੍ਹਾ 'ਤੇ ਅਸੀਂ H11 H21 ਇਹ ਨਹੀਂ ਲਿਖਾਂਗੇ, HI HR HF ਅਤੇ HO ਲਿਖਾਂਗੇ, ਠੀਕ ਹੈ। ਤਾਂ ਇਹ ਜਿਹੜੇ ਨੇ ਇਹ ਅੱਗੇ ਫਰਦਰ ਜਿਹੜੀਆਂ ਨੇ ਨੋਟੇਸ਼ਨਸ ਨੇ ਸਾਡੇ ਕੋਲ। ਜਿਵੇਂ ਅਸੀਂ ਇੱਥੇ H11 ਦੀ ਜਗ੍ਹਾ 'ਤੇ ਹੁਣ ਤੁਸੀਂ ਦੇਖਦੇ ਹੋ HI ਲਿਖ ਦਿੱਤਾ ਹੈ। ਸੇਮ ਇੱਥੇ ਹੈਗਾ ਤੁਹਾਡੇ ਕੋਲ I1 ਪਲੱਸ H12 ਦੀ ਜਗ੍ਹਾ 'ਤੇ ਅਸੀਂ ਲਿਖ ਲਿਆ HR, ਯਾਨੀ ਕਿ ਇਹ ਵਾਲਾ HR ਉਹਦੇ ਨਾਲ V2। ਫਿਰ ਇਹ ਹੋ ਗਈ ਤੁਹਾਡੀ ਫਸਟ ਇਕੁਏਸ਼ਨ। ਸੈਕਿੰਡ ਇਕੁਏਸ਼ਨ ਜਿਹੜੀ ਆ ਉਹ ਹੈਗੀ ਆ I2 ਇਜ਼ ਇਕੁਅਲ ਟੂ H21। H21 ਜਿਹੜਾ ਉਹ ਤੁਹਾਡੇ ਕੋਲ ਹੈਗਾ HF I1 ਪਲੱਸ H22 ਤੁਹਾਡੇ ਕੋਲ ਹੈਗਾ H0 V2। ਤਾਂ ਇਹ ਜਿਹੜੇ ਨੇ ਇਹ ਤੁਹਾਡੇ ਕੋਲ ਰਿਲੇਸ਼ਨਸ਼ਿਪਸ ਜਿਹੜੇ ਨੇ ਤੁਹਾਡੇ ਇਸ ਤਰ੍ਹਾਂ ਨਾਲ ਆਉਂਦੇ ਨੇ। ਹੁਣ ਇਹਦੇ ਜਿਹੜੇ ਯੂਨਿਟਸ ਹੈ ਉਹ ਅਗੇਨ ਲਿਖੇ ਹੋਏ ਨੇ, ਇਹ ਮੈਂ ਤੁਹਾਨੂੰ ਪਹਿਲੇ ਦੱਸ ਚੁੱਕੀ ਹਾਂ ਵੈਸੇ ਵੀ। HI ਦੇ ਯੂਨਿਟਸ ਜਿਹੜੇ ਨੇ ਉਹ ਓਹਮ ਹੈਗੇ ਆ, H0 ਤੇ ਦੇ ਜਿਹੜੇ ਯੂਨਿਟਸ ਹੈ ਉਹ ਓਹਮ ਇਨਵਰਸ ਹੈ। ਔਰ ਇਹ ਜਿਹੜੇ ਦੋਨੋਂ ਨੇ HR ਔਰ HF ਇਹ ਦੋਨੋਂ
प्योर नंबर्स ने, इन्हां दे कोई यूनिट्स जिहड़े आ वो नहीं हैगे। तो इन्हां नूं फर्दर जदों किते लिखे हुंदे ने पैरामीटर्स, उन्होंने ये देखण दे लई भी ये पैरामीटर की इंडीकेट कर रहे हैं, असी एक सफिक्स जिहड़ा वा वो ऐड कर दिंदे आ। ई उदों ऐड करदे आ जदों ट्रांजिस्टर जिहड़ा वा सी ई मोड दे विच हुंदा है। बी उदों ऐड करदे आ जदों ट्रांजिस्टर असीं दसना होवे कि सी बी मोड दे विच है। हुण एच आई ई दा मतलब की है कि आई वाला पैरामीटर है बट इन कॉमन इमिटर मोड, ठीक है। इस तरह एक कॉमन इमिटर मोड दियां जिवें तुहानूं लिखिया है कि दो ए इक्वेशनस ने, कॉमन बेस दियां ए इक्वेशन ने, तुसीं देखते हो बस सिंपल आई ई जगह ते इत्थे आई बी हो गया, एफ ई दी जगह ते इत्थे एफ बी हो गया, इस तरह आर ई दी जगह ते आर बी ओ बी, इस तरीके नाल बस इहदे नोटेशनस जिहड़े ने वो इस तरीके नाल इन्हां दियां नोटेशनस ने। एच आई बी दा मतलब है इनपुट रजिस्टेंस इन कॉमन बेस, आई ई दा मतलब है इनपुट रजिस्टेंस इन कॉमन इमिटर, आई सी का मतलब है इनपुट रजिस्टेंस इन कॉमन कलैक्टर। इस तरह जेड़े आई एफ बी का मतलब है फॉरवर्ड करंट ट्रांसफर रेशो, ठीक है। हम बी लिखे हुए मतलब कॉमन बेस है, ई लिखा होएगा तो कॉमन इमिटर होएगा। तो इस तरीके दे नाल फर्दर ये जिहड़ियां तुहाडियां ने जस्ट उन्हां नूं दस्सण वास्ते कि किसी जगह ते लिखिया होवे ते सानूं समझ आ सके भी ये किहड़े साडे कोल किहड़ा पैरामीटर किस चीज़ नूं रिप्रजेंट करदा है। ये शॉर्ट फॉर्म्स ने, इन्हों इस तरीके लिखा जाता है। फर्दर असी देखते हैं भी हाइब्रिड पैरामीटर इक्विवेलेंट सर्किट जिहड़ा वा असी ड्रॉ करना है, ठीक है। तो उहदे लई असी जिहड़ा वा सर्किट जदों असी ड्रॉ करना है तो असी इनू लिख सकते हैं बई जिहड़ा फस्ट जिहड़ा हैगा तुहाडा V1 इज़ इक्वल टू एच आई वन प्लस HR V2। हुण ये जिहड़ी वोल्टेज है, ये जिहड़ी वोल्टेज आ ये किन्ना दोनों का सम है एच आई मतलब आई वन करंट फ्लो कर रहा है और वह रजिस्टेंस किन्ना एच आई, ठीक है, प्लस HR V2 जिहड़ा वा इत्थे कुछ साडे कोल जिहड़ा वा पोटेंशियल जिहड़ा हैगा साडे कोल। तो जिहड़ी फस्ट इक्वेशन हैगी है इनू असी इस तरीके दे नाल मतलब फस्ट इक्वेशन का मतलब ये है कि एक साडे कोल सर्किट जिहड़ा वा वो लग्गिया होवे जिहदी विच जिहड़ी इत्थे साडे कोल जिहड़ी वोल्टेज है वो V1 होवे, ये जिहड़ी रजिस्टेंस होनी चाहिदी आ, ये वाला जिहड़ा वा साडे कोल सोर्स जिहड़ा वा वो साडे कोल होना चाहिदा है। तो सिमिलरली ये साडे कोल हैगा I2 है ना, ये करंट सोर्स नूं रिप्रजेंट करदा साडा है ना। तो ये जिहड़ा वा इनू असीं इदां रिप्रजेंट करदे हां बई H0 V2 है ना साडे कोल, तो 1/H0 एडमिटेंस होगी, ये V2 हो गया। तो एच एफ आई वन ये जिहड़ा वा ये साडे कोल इत्थे करंट सोर्स है। तो ये जिहड़ी तुहाडी करंट वाली जिहड़ी होएगी उहनूं तुसीं इस तरीके नाल बनाओगे, जिहड़ी वोल्टेज वाली होगी उहनूं तुसीं इस तरीके नाल बनाओगे। तो ये क्योंकि ट्रांजिस्टर दा हैगा ये सिंबल, तो ये जिहड़े दोनों जिहड़े सर्किट्स ने इन्हां दोवां नूं जदों असीं मिला दिंदे आ तो असीं इस तरीके नाल लाइन जिहड़ी है वो ड्रॉ करनी है भी दो ये जिहड़े सर्किट्स ने साडे कोल हैगे ने कंप्लीट हाइब्रिड इक्विवेलेंट हैगा वा ट्रांजिस्टर दा, है ना। दिस इज़ फॉर योर इनपुट पार्ट एंड दिस इज़ फॉर योर आउटपुट पार्ट, क्योंकि जिहड़ी फस्ट जिहड़ी इक्वेशन हैगी है वो इनपुट पार्ट नूं रिप्रजेंट करदी है, सैकेंड वाली जिहड़ी है वो आउटपुट पार्ट नूं रिप्रजेंट करदी है। तो ये जिहड़ा वा हुण असीं ट्रांजिस्टर दा जिहड़ा भी कह लो पहले तुसीं सर्किट डायग्राम इस तरीके नाल बनांदे सीगे, हुण असीं सर्किट डायग्राम जिहड़ी आ वो इस तरीके नाल बनानी है, हाइब्रिड मॉडल जिहड़ा वा वो असीं बनावांगे अगे चल के। असीं फर्दर एंपलीफायर जिहड़ा वा वो तुहाडे सिलेबस हैगा CE एंपलीफायर, वो जिहड़ा वो असीं करांगे। तो ये जिहड़ियां वा इत्थे तुहाडे कोल कन्वर्जन फॉर्मूलेस जिहड़े आ तुहाडे दित्ते होए ने, ये जिहड़ा ये सी बी कॉन्फिगरेशन दा है कॉमन बेस वाले दा, ये कॉमन इमिटर दा है, ठीक है, और ये तुहाडा कॉमन कलैक्टर दा जिहड़ा है वो तुहाडा हैगा है। तो ये जिहड़े ने ये तुहाडे कुछ इक्विवेलेंट कन्वर्जन फॉर्मूलाज जिहड़े ने वो तुहाडे कोल हैगे ने। तो ये तुसीं देख लेना कि किस तरह जिहड़े ने ये तुहाडे, क्योंकि सारे मैथड जिहड़ा वो सेम ही यूज़ किया होया, सेम मैथड यूज़ करके ए वाला जिहड़ा वा असीं ड्रॉ करने ने। तो फर्दर तुसीं देख सकते हो तुहाडे कोल एक टेबल है जिहदे विच अप्रॉक्सीमेट कन्वर्जन फॉर्मूलेज ने ट्रांजिस्टर दे एच पैरामीटर्स दे, कि जिहड़ा पैरामीटर HIE है उन्होंने CE मोड दे विच असीं HIE लिखते हैं, बट CB मोड दे विच जिहड़ा वा वो इस तरह चेंज हो जाता है HIB/1 + HIFB,
एक कन्वर्जन फार्मूला जोड़ा है वो निकालिया होया AHIC है। इसी तरह जोड़े ने बाकी पैरामीटर्स ने, 4 पैरामीटर्स तुहाडे जोड़े ने वो इस तरह तक जोड़े ने तुहाडे दिते हुए ने। दिस इज़ फॉर कॉमन, ये तुसीं देख सकते हो IE लिखिया होया, इत्थे IB वाले जोड़े पैरामीटर्स ने उन्हां दा CE दे नाल की रिलेशनशिप है, तो IB दा CC नाल की रिलेशनशिप है, क्योंकि IB दे लई तो यही ने ना फॉर्मूलेस। इसी तरह C वाले जोड़े ने कॉमन कलैक्टर दे लई दे यही ने, बट इन्हां दे नाल जिहड़ा कॉमन इमिटर दा या कॉमन बेस दा रिलेशनशिप जिहड़ा है वो तुहाडा है जिहड़ा ये तुहाडा दिता होया वा। इन्हां रिलेशनस नूं यूज़ करके असीं अगे कॉमन इमिटर एंपलीफायर जिहड़ा वो करांगे।